कि जिथे किसान दिल्ली दे विच धरने दे उत्ते डटे ने, उत्थे पंजाब विच नगर कौंसल ते नगर निगम चोणां नूं लैके भी सियासी सरगर्मियां तेज़ हो चुकियां ने। कई नवे वर्कर जिहड़े सियासी पार्टियां दे विच जिथे शामिल हो रहे हैं उत्थे छड्ड के भी जा रहे हैं। तो अज अकाली दल दे विच वड्डी गिणती दे विच जिहड़े हैगे नवे वर्कर शामिल होए ने ते डॉक्टर दलजीत सिंह चीमा की अगवाई दे विच शामिल होए। चीमा साहब अज जिहड़ी हैगी अकाली दल नूं एक वड्डा हुंगारा मिलिया चोणां तो पहलां, की कहना चाहुंदे जी? देखो बड़ी वड्डी खुशी है कि शहर दे कांग्रेस पार्टी दे भी वड्डी गिणती दे विच दीपक जी साडे आम आदमी पार्टी तो अज सारिਆਂ ने ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਇਸ ਗੱਲ ਵਾਸਤੇ ਯਕੀਨ ਵੀ ਦਿਵਾਉਣਾ ਕਿ ਪੂਰਾ ਮਾਣ ਸਤਿਕਾਰ ਪਾਰਟੀ 'ਚ ਕਰਾਂਗੇ ਔਰ ਇਹਨਾਂ ਦੇ ਆਉਣ ਦੇ ਨਾਲ ਇੱਕ ਹੁਲਾਰਾ ਵੀ ਜਿਹੜਾ ਸਾਡੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਸ਼ਹਿਰ ਦੀਆਂ ਸ਼ੁਰੂ ਹੋਈਆਂ ਉਹਨੂੰ ਮਿਲਿਆ ਔਰ ਲੋਕੀ ਸ਼ਹਿਰ ਦੇ ਇਸ ਵੇਲੇ ਜਿਹੜੇ ਹੈ ਮਹਿਸੂਸ ਕਰਦੇ ਆ ਕਿ ਪਿਛਲੇ 4 ਸਾਲ ਉਹਨਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੋਇਆ। ਦੋਵਾਂ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦਾ MLA ਜਿੱਤਿਆ, ਉਹ ਜਿੱਤ ਕੇ ਕਾਂਗਰਸ ਚਲਾ ਗਿਆ। कांग्रेस पार्टी की सरकार बन गई तो उन्होंने एक भी डक्का शहर का नहीं तोड़िया। इस करके दोनों पार्टियां तो लोग निराश है और हुण इस वेले जिहड़ी श्रोमणी अकाली दल की पुरानी डिवेलपमेंट सेवा नूं लोग याद कर रहे और उसे करके अज वड्डी गिणती दे विच साडे नाल फिर नवें सिरे तो खड़े। चीमा साहब अक्सर जिहड़े हैगे रोप लगदे कि जिहड़ी मौजूदा सरकार हुंदी आ हमेशा चोणां दे विच धक्का कीता जांदा चोणां जिੱਤਣ ਦੇ ਲਈ ਤੇ पिछले समय ਵਿੱਚ भी ਜਿਹੜੇ ਦੋਸ਼ ਲੱਗੇ ਸੀ ਕਾਂਗਰਸ ਪਾਰਟੀ ਤੇ, ਇਸ ਵਾਰੀ ਵੀ ਤੁਸੀਂ ਖਾਸਾ ਜਿਤਾਇਆ ਤੇ ਕੀ ਸ਼ਿਕਾਇਤ ਕੀਤੀ ਹੈ ਚੋਣ ਕਮਿਸ਼ਨ ਨੂੰ, ਕੀ ਮੰਗ ਕੀਤੀ ਗਈ ਹੈ? ਨਹੀਂ, ਅਸੀਂ ਜਿਹੜਾ ਪੁਰਾਣਾ ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਟਰੈਕ ਰਿਕਾਰਡ ਜ਼ਿਲ੍ਹਾ ਪ੍ਰੀਸ਼ਦ ਦਾ, ਬਲਾਕ ਸੰਮਤੀ ਦਾ, ਪਿਛਲੀਆਂ ਮਿਊਨਿਸਪਲ ਕਮੇਟੀ ਚੋਣਾਂ ਦਾ, ਉਹ ਅਸੀਂ ਤੱਥਾਂ ਤਹਿਤ ਜਿਹੜਾ ਕਮਿਸ਼ਨ ਦੇ ਅੱਗੇ ਰੱਖਿਆ ਕਿ ਆਹ ਹਾਲਤ ਸੀ ਪਿਛਲੀਆਂ ਇਲੈਕਸ਼ਨਾਂ 'ਚ ਕਿ 164 ਬੂਥਾਂ ਦੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ 'ਚ ਬੂਥ ਕੈਪਚਰਿੰਗ ਹੋ ਗਈ ਸੀ ਕਾਂਗਰਸ ਦੀ ਤੇ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਤੇ 56 ਥਾਂ ਤੇ ਕਮਿਸ਼ਨ ਨੇ ਮੰਨ ਲਿਆ ਸੀ ਰੀਪੋਲਿੰਗ ਕਰਾਉਣੀ ਪਈ ਸੀ। ਹੁਣ ਅਸੀਂ ਇਹ ਕਹਿ ਕਿ ਇੱਕ ਤਾਂ ਜਿੰਨੀ ਦੇਰ ਤੱਕ ਪੈਰਾਮਿਲਟਰੀ ਫੋਰਸ ਨਹੀਂ ਲਾਉਂਦੇ ਜੋ ਲਾ ਐਂਡ ਆਰਡਰ ਪੰਜਾਬ ਦੀ ਇਸ ਵੇਲੇ ਉਸ ਤੋਂ ਵੀ ਥੱਲੇ ਗਈ ਹੈ। ਇੱਕ ਵੀਡੀਓਗ੍ਰਾਫੀ ਜਿਹੜੀ ਹੈ ਸਾਰੇ ਪੋਲਿੰਗ ਸਟੇਸ਼ਨਾਂ ਦੀ, ਕਾਊਂਟਿੰਗ ਸਟੇਸ਼ਨਾਂ ਦੀ, ਰਿਟਰਨਿੰਗ ਅਫਸਰ ਦੇ ਆਫਿਸ ਦੀ ਤੇ ਇੱਕ ਜਿਹੜੇ ਆਨਲਾਈਨ ਉਮੀਦਵਾਰ ਜਿਹੜੇ ਆ ਜੇ ਚਾਹਣ ਤੇ ਆਪਣਾ ਆਨਲਾਈਨ ਵੀ ਡਾਕੂਮੈਂਟ ਫਾਈਲ ਕਰ ਦੇਣ ਕਿਉਂਕਿ ਕਈ ਥਾਵਾਂ ਤੇ ਡਾਕੂਮੈਂਟ ਹੀ ਫਾਈਲ ਕਰਨ ਦਿੱਤੇ। ਨੋ ਡਿਊਜ਼ ਸਾਰਿਆਂ ਨੂੰ ਮਿਲਣ, ਜੇ ਨਹੀਂ ਗਵਰਨਮੈਂਟ ਲੈਣ ਦਿੰਦੀ ਤਾਂ ਫਿਰ ਡੈਕਲੇਰੇਸ਼ਨ ਲੈ ਕੇ ਸੈਲਫ ਡੈਕਲੇਰੇਸ਼ਨ ਉਮੀਦਵਾਰਾਂ ਨੂੰ ਕਾਗਜ਼ ਫਾਈਲ ਕਰਨ ਦਿੱਤੇ ਜਾਣ। ਇਸ ਕਰਕੇ ਸਾਰੀਆਂ ਜਿਹੜੀਆਂ ਖਾਮੀਆਂ ਪਿੱਛੇ ਅਸੀਂ ਨੋਟ ਕੀਤੀਆਂ ਸੀ। ਪਿਛਲੀ ਵਾਰ ਤਾਂ ਹੋਇਆ ਕਿ ਨੋਮੀਨੇਸ਼ਨ ਪੇਪਰ ਫਾਈਲ ਕਰਨ ਗਏ ਤਾਂ ਲੋਕਾਂ ਕੋਲੋਂ ਨੋਮੀਨੇਸ਼ਨ ਖੋ ਕੇ ਕਾਗਜ਼ ਹੀ ਪਾੜ ਦਿੱਤੇ ਗਏ ਸੀ। ਇਸ ਕਰਕੇ ਅਸੀਂ ਕਮਿਸ਼ਨ ਨੂੰ ਐਡਵਾਂਸ 'ਚ ਬੇਨਤੀ ਕੀਤੀ ਹੈ। ਸਾਨੂੰ ਉਮੀਦ ਹੈ ਕਿ ਕਮਿਸ਼ਨ ਸਾਰੇ ਪੱਖਾਂ ਤੋਂ ਧਿਆਨ ਰੱਖ ਕੇ ਜਿਹੜੇ ਸਟੈਪ ਲੈਣ ਦੀ ਲੋੜ ਹੈ ਉਹ ਲਏਗਾ। ਚੀਮਾ ਸਾਹਿਬ ਪਿਛਲੇ ਚੋਣਾਂ ਵਿੱਚ ਹਾਲਾਤ ਕੁਝ ਹੋਰ ਸੀ, ਦੋ ਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਸੀ। ਇਸ ਵਾਰੀ ਜਿਹੜੀ ਹੈਗੀ ਆ ਅਕਾਲੀ ਦਲ BJP ਅਲੱਗ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਵੀ ਚੋਣਾਂ ਲੜਨ ਜਾ ਰਹੀ ਆ। ਮੁਕਾਬਲਾ ਜਿਹੜਾ ਹੈਗਾ 4 ਪਾਰਟੀਆਂ ਦੇ ਵਿੱਚ ਹੋ ਸਕਦਾ ਹੈ। ਕਿਵੇਂ ਦੇਖਦੇ ਹੋ ਇਸ ਵਾਰੀ ਜਿਹੜੀ ਹੈਗੀ ਆ ਕਿੰਨਾ ਕੁ ਜਿਹੜੀ ਮਿਹਨਤ ਕਰਨੀ ਪਵੇਗੀ ਅਕਾਲੀ ਦਲ ਨੂੰ ਚੋਣਾਂ ਜਿੱਤਣ ਦੇ ਲਈ? ਦੇਖੋ ਗੱਲ ਇਹ ਹੈ ਕਿ ਕਾਂਗਰਸ ਦੀ ਸਾਰੇ ਤੁਸੀਂ ਸੂਬੇ ਦੀ ਕਾਰਗੁਜ਼ਾਰੀ ਦੇਖ ਲਓ ਤੇ ਜਿੰਨਾ ਨਿਰਾਸ਼ ਕੈਪਟਨ ਅਮਰਿੰਦਰ ਸਿੰਘ ਹਰਾਂ ਨੇ ਲੋਕਾਂ ਨੂੰ ਕੀਤਾ ਕਿ ਸਵਾਏ ਸਕੈਂਡਲਾਂ ਦੇ, ਸਵਾਏ ਨਾਈਟ ਕਰਫਿਊ ਦੇ ਵਿੱਚ ਜਾਲੀ ਸ਼ਰਾਬ ਵੇਚਣ ਦੇ, ਜਾਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਦੇ, 56 ਕਰੋੜ ਦੇ ਰੈਵਨਿਊ ਲਾਸ ਦੇ, ਕਿੱਡੇ ਕਿੱਡੇ ਵੱਡੇ ਬੀਜਾਂ ਦੇ ਸਕੈਂਡਲ ਹੋ ਗਏ, ਹੋਰ ਮੰਤਰੀਆਂ ਦੇ ਸਕੈਂਡਲ ਹੋਏ ਆ। ਸਕੈਂਡਲਾਂ ਤੋਂ ਸਵਾਏ ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਤੁਸੀਂ ਕਹਿ ਸਕਦੇ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਇਹ ਕਹਿਣ ਕਿ ਮੈਂ ਆਹ ਵਾਅਦਾ ਪੂਰਾ ਕੀਤਾ। ਵੱਡੇ ਵੱਡੇ ਕਰਜ਼ਾ ਮਾਫੀ ਦੇ ਵਾਅਦੇ, ਨਸ਼ੇ ਖਤਮ ਕਰਨ ਦੇ ਵਾਅਦੇ, ਗੁਟਕਾ ਸਾਹਿਬ ਦੀਆਂ ਸਹੁੰਆਂ ਖਾਧੀਆਂ ਸੀ ਘਰ ਘਰ ਨੌਕਰੀਆਂ ਦੇਣ ਦੀਆਂ ਤੇ ਅੱਜ ਅਨਐਮਪਲਾਇਮੈਂਟ ਜਿਹੜੀ ਹੈ ਸੂਬੇ 'ਚ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਚੁੱਕੀ। ਡਿਵੈਲਪਮੈਂਟ ਦਾ ਇੰਨਾ ਬੁਰਾ ਹਾਲ ਹੈ ਕਿ ਕਿਸੇ ਪੰਚਾਇਤ 'ਚ ਚਲੇ ਜਾਓ, ਕਿਸੇ ਕਮੇਟੀ ਚਲੇ ਜਾਓ, ਇੱਕ ਪੈਸਾ ਇਹਨਾਂ ਨੇ ਦਿੱਤਾ ਨਹੀਂ। ਜਿਹੜੇ ਅਸੀਂ ਪੈਸੇ ਦਿੱਤੇ ਸੀ ਉਹ ਵੀ ਖਾਤਿਆਂ 'ਚੋਂ ਕੱਢ ਕੇ ਵਾਪਸ ਲੈ ਗਏ। ਪਹਿਲੇ ਵਾਲੀ ਸਰਕਾਰ ਇਹੋ ਜਿਹੀ ਸੀ ਕਿ ਖਾਤਿਆਂ 'ਚੋਂ ਪੈਸੇ ਕੱਢ ਕੇ ਲੈ ਗਏ ਤੇ ਆਮ ਆਦਮੀ ਪਾਰਟੀ ਦਾ ਤਾਂ ਹੁਣ ਲੋਕੀ ਨਾ ਸੁਣਨਾ ਨਹੀਂ ਪਸੰਦ ਕਰਦੇ ਕਿਉਂਕਿ ਇਹ ਤਾਂ ਜਾ ਕੇ ਬੁੱਕਲ 'ਚ ਬਹਿ ਗਏ ਕਾਂਗਰਸ ਦੇ। ਆ ਸਾਡੇ ਇੱਥੇ MLA ਦੇਖ ਲਓ ਕਿ 4 ਸਾਲ ਨਜ਼ਾਰੇ ਲਏ। ਕੀ ਚਾਹੀਦਾ ਸੀ ਕਾਂਗਰਸ ਤੋਂ? ਜੋ ਚਾਹੀਦਾ ਸੀ ਉਹ ਆਪਣਾ ਚੱਲਦਾ ਰਿਹਾ ਤੇ ਹਲਕੇ ਦਾ ਬੜਾ ਗਰਕ ਹੋ ਗਿਆ। ਇਸੇ ਤਰ੍ਹਾਂ ਬਾਕੀ MLA ਅੱਧੇ MLA ਤੇ ਇਹਨਾਂ ਦੇ ਕਾਂਗਰਸ 'ਚ ਸ਼ਾਮਲ ਹੋ ਗਏ, ਕਿਸੇ ਨੇ ਵੱਖਰੀ ਪਾਰਟੀ ਬਣਾ ਲਈ ਤੇ ਹੁਣ ਫਿਰ ਇਲੈਕਸ਼ਨ ਦਾ ਟਾਈਮ ਆ ਗਿਆ ਤੇ ਫਿਰ ਡਫੜੀ ਵਜਾਉਣੀ ਸ਼ੁਰੂ ਹੋ ਗਈ। ਇਸ ਕਰਕੇ ਹੁਣ ਲੋਕੀ ਇਹਨਾਂ ਦੇ ਕਾਬੂ ਨਹੀਂ ਹੁੰਦੇ। ਹੁਣ ਲੋਕੀ ਸਮਝ ਗਏ ਚੰਗੀ ਤਰ੍ਹਾਂ ਕਿ ਹੁਣ ਪਿਛਲੀ ਡਿਵੈਲਪਮੈਂਟ ਨੂੰ ਸਾਰੇ ਉਹਨਾਂ ਹਾਲਾਤਾਂ ਨੂੰ ਲੋਕੀ ਯਾਦ ਕਰਦੇ। ਇਸ ਕਰਕੇ ਲੋਕੀ ਵੱਡੀ ਗਿਣਤੀ ਨਾਲ ਸਮਰਥਨ ਕਰਨਗੇ। ਚੀਮਾ ਸਾਹਿਬ ਕਿਸਾਨੀ ਸੰਘਰਸ਼ ਚੱਲ ਰਿਹਾ BJP ਦੇ ਖਿਲਾਫ ਖੇਤੀ ਬਿੱਲਾਂ ਨੂੰ ਲੈ ਕੇ, ਕੀ ਮੰਨਦੇ ਹੋ ਇਸ ਦਾ ਅਸਰ ਜਿਹੜਾ ਹੈਗਾ ਪੰਜਾਬ ਦੀਆਂ ਚੋਣਾਂ ਤੇ ਪਵੇਗਾ ਕੁਝ? ਦੇਖੋ ਹਰਿਆਣੇ ਦੀਆਂ ਚੋਣਾਂ ਤੇ ਤਾਂ ਪੈ ਗਿਆ। ਪੰਚਕੂਲੇ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਮੇਅਰ ਦੇ ਕੈਂਡੀਡੇਟ ਸੀ BJP ਦੇ ਹਾਰ ਗਏ।
म्यूनसिपल कमेटियां च भी एक थां प्रधान बनया, बाकी थावां दे उत्ते हार गए। इस करके जे हरियाणे च इन्ना पिया जिथे अपनी उन्हां दी सरकार भी आ, ते इत्थे तां जिहड़ी हैगी आ पंजाब ने तां एजीटेशन बेसिकली शुरू ही पंजाब च होया, और साडा किसान तां नाम ही सुनना नहीं चाहुंदा बीजेपी दा, इन्ना इत्थे अक्या होया। इस करके इत्थे तां हुण की मिलना उन्हां नूं, कैंਡੀਡੇਟ ही नहीं मिलने, वोटां तां की मिलणीਆਂ। ਜਿਵੇਂ ਨਾਲ ਜਿਵੇਂ 22 ਦੇ ਵਿੱਚ ਲੋਕ ਸਭਾ ਜਿਹੜੀਆਂ ਹੈਗੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ, ਇਹ ਚੋਣਾਂ ਸੈਮੀਫਾਈਨਲ ਸਮਝਿਆ ਜਾਵੇ, ਟੈਸਟ ਮੈਚ ਸਮਝਿਆ ਜਾਵੇ ਕਿ ਪਤਾ ਦੱਸ ਦੇਣਗੇ ਲੋਕ ਕਿ 22 ਦੇ ਵਿੱਚ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ? देखो जे ये इलैक्शन फ्री एंड फेयर हो जान तो सैमीफाइनल की फाइनल ही समझो हो गया भी इन्हां दियां जमानतां जब्त हो जाणगीਆਂ दोनों पार्टियां दियां जे इलैक्शन फ्री फायर होण। जे हुण लोकां नूं तुसीं वड़ नहीं दिओगे, पेपर ही पाड़ दिओगे, दूजे कर दिओगे, तो फिर वो काहदी इलैक्शन है? फिर लोग 6 महीने बाद फिर पक्का फैसला कर देंगे। इस करके 100% पब्लिक तैयार है, पर यह हुण कमीशन के उत्ते है कि कितनियां इलैक्शनां किस तरीके करा पाओ। ਚੀਮਾ ਸਾਹਿਬ ਇੱਕ ਹੋਰ ਫੋਟੋਆਂ ਵਾਇਰਲ ਹੋ ਰਹੀਆਂ, ਅਕਵਾਲ ਸਿੰਘ ਲਾਲਪੁਰਾ ਜੀ ਜਿਹੜੇ ਹੈਗੇ ਬੀਜੇਪੀ ਦੇ ਸਪੋਕਸਮੈਨ ਆ ਮੇਨ, ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ, ਕਾਫੀ ਜਿਹੜਾ ਰੋਸ ਵੀ ਪਾਇਆ ਜਾ ਰਿਹਾ, ਸਿੱਖ ਜਥੇਬੰਦੀਆਂ ਵਿੱਚੋਂ ਸ਼ਿਕਾਇਤ ਵੀ ਕੀਤੀ ਹੈ, ਕਿਵੇਂ ਦੇਖਦੇ ਹੋ ਸਰ? देखो सैनी साहब तुसी आप सिख मर्यादा नूं बहुत चंगी तरह समझदे हो। वो फोटो देख के इक्को दम जिहड़ा तुहाडा दिल जिहड़ा बहुत वड्डा उहनूं सੱਟ ਵੱਜਦੀ है, क्योंकि सिख धर्म दे विच गुरबाणी दा सब तो वध सत्कार है। गुरु अर्जन देव जी दे टाइम तो जदों संपादना कीती सी गुरु ग्रंथ साहब दी, उस वेले भी जदों पहली वारी प्रकाश कीता दरबार साहब दे विच ते पीड़ा साहब दे उत्ते कीता सी, गुरु साहब कोल बैठते सी। तो गुरु साहब ने गुरबाणी नूं इन्नी ज़्यादा इज्जत आप दी है, तो अज कुर्सियां मेज डाह के तुसी गुरु ग्रंथ साहब का प्रकाश करोगे, बिना रमालियां तो जराबां पा के तुसी थल्ले लत्तां पसार के बैठोगे, और बिना चौर साहब तो बिना चंदोए तो बहुत दिल दुखदा। मेरा नहीं, कोई भी नानक नाम लेवा हैगा जिहड़ी है उहदा भी ये देख के दिल दुखदा। इन्ना हंकार नहीं होना चाहिए किसी नूं कि तुसी गुरु ग्रंथ साहब की ताबे बैठण दा एक सिस्टम ਉਹਦੇ ਮੁਤਾਬਕ ਉਹਨਾਂ ਨੂੰ ਬੈਠਣਾ ਚਾਹੀਦਾ ਸੀ। ਪਹਿਲਾਂ ਤੁਸੀਂ ਬੈਠੇ ਹੋ, ਜੇ ਘਰ 'ਚ ਵੀ ਬੈਠੇ ਹੋ ਤਾਂ ਗਲਤ ਹੈ, ਕਿਉਂਕਿ ਗੁਰੂ ਦਾ ਤਾਂ ਸਤਿਕਾਰ ਇਹ ਨਹੀਂ ਹੁੰਦਾ ਕਿ ਕੋਈ ਵੇਖ ਰਿਹਾ ਹੋਵੇ ਫੇਰ ਕਰਨਾ ਹੁੰਦਾ, ਇਹ ਸਤਿਕਾਰ ਦਿਲ 'ਚ ਹੁੰਦਾ। ਪਰ ਤੁਸੀਂ ਫੋਟੋ ਪਾ ਕੇ ਸਾਰਿਆਂ ਦਾ ਦਿਲ ਨੂੰ ਸੱਟ ਮਾਰ ਰਹੇ, ਇਸ ਕਰਕੇ ਬੜੀ ਗੰਭੀਰ ਘਟਨਾ। ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ। ਵੈਸੇ ਤਾਂ ਉਹਨਾਂ ਨੂੰ ਆਪ ਚਾਹੀਦਾ ਕਿ ਜਿਹੜੀ ਹੈ ਹੱਥ ਜੋੜ ਕੇ ਮਾਫੀ ਜਿਹੜੀ ਹੈ ਅਕਾਲ ਤਖਤ ਸਾਹਿਬ ਤੋਂ ਜਾ ਕੇ ਮੰਗਣੀ ਚਾਹੀਦੀ ਹੈ, ਆਪਣੀ ਭੁੱਲ ਬਖਸ਼ਾਉਣੀ ਚਾਹੀਦੀ। ਪਰ ਜੋ ਨਹੀਂ ਕਰਦੇ, कई बार हंकार होंदा बड़ा विद्वता का, फिर सिंह साहब की मैं बेनती करदा कि ये जिहड़ा मर्यादा का मसला वो समझदार ने। ਚੀਮਾ ਸਾਹਿਬ ਸਿੱਖਾਂ ਵੱਲੋਂ ਵੀ ਰੋਸ ਜਤਾਇਆ ਜਾ ਰਿਹਾ, ਸਿੱਖ ਜਥੇਬੰਦੀਆਂ ਵੱਲੋਂ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ, ਅਕਾਲੀ ਦਲ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਅਕਾਲ ਤਖਤ ਤੇ ਸ਼ਿਕਾਇਤ ਕਰੇਗਾ, ਕਿਉਂਕਿ ਅਕਾਲੀ ਦਲ ਵੀ ਇੱਕ ਜਿਹੜੀ ਹੈਗੀ ਆ ਸਿੱਖਾਂ ਦੀ ਪਾਰਟੀ ਹੈ। नहीं देखो गल ये है कि ये मसला पार्टी का नहीं, हर नानक नाम ने वो जिथे भी बैठा जिदे भी वो फोटो देखेगा ਉਹਦਾ ਜਿਹੜਾ खून खोलते खोल। इस करके साझे तौर पर कल सिख जथेबंदियां ने आनंदपुर साहब केसगढ़ साहब शिकायत दी है, असी सारे सहमत हाँ। इस करके मैंने पार्टी का मैं मुद्दा तो कहना बनना नहीं चाहिए, ये तो मर्यादा का मुद्दा। और जे गुरु ग्रंथ साहब का सत्कार इस तरीके जोड़ा है करनगे तो इस तो वध माड़ी गल की हो सकती। ਜਿਵੇਂ ਸਾਹਿਬ ਅੰਤ ਦੇ ਵਿੱਚ ਇੱਕ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਚੱਲ ਰਿਹਾ, 4 ਤਰੀਕ ਦਿੱਤੀ ਗਈ ਕੇਂਦਰ ਸਰਕਾਰ ਵੱਲੋਂ, ਸਰਕਾਰ ਕਹਿੰਦੀ 50% ਜਿਹੜਾ ਹੈਗਾ ਮਾਮਲਾ ਸੁਲਝ ਗਿਆ ਤੇ 50% ਰਹਿ ਗਿਆ, ਕਿਵੇਂ ਦੇਖਦੇ ਹੋ 4 ਤਰੀਕ ਨੂੰ ਜਿਹੜੀ ਹੈਗੀ ਆ ਖੁਸ਼ਖਬਰੀ ਆਏਗੀ, ਕਿਸਾਨਾਂ ਦੇ ਜਿਹੜੇ ਕਾਨੂੰਨ ਰੱਦ ਹੋਣਗੇ ਜਿਹੜੇ ਬਣੇ? ਦੇਖੋ ਅਸੀਂ ਤਾਂ ਤਨੋਂ ਮਨੋਂ ਕਿਸਾਨਾਂ ਦੇ ਨਾਲ ਆ, 24 ਘੰਟੇ ਅਰਦਾਸਾਂ ਵੀ ਕਰਦੇ ਹਾਂ। ਅੱਜ ਵੀ ਤਖਤ ਦਮਦਮਾ ਸਾਹਿਬ ਦੇ ਉੱਤੇ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਵੀ, ਔਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਉੱਥੇ ਰੱਖਿਆ ਗਿਆ। ਸਾਡੀ ਤੇ 24 ਘੰਟੇ ਅਰਦਾਸ ਹੈ ਕਿ ਐਡਾ ਵੱਡਾ ਸੰਘਰਸ਼, ਇੰਨੀ ਵੱਡੀ ਸ਼ਕਤੀ ਔਰ ਇੰਨਾ ਪੀਸਫੁਲ ਸੰਘਰਸ਼ ਜਿਹੜਾ ਕਿਸਾਨੀ ਨੇ ਕੀਤਾ, ਇਹਦੀ ਇੱਜ਼ਤ ਸਰਕਾਰ ਨੂੰ, ਜੇ ਡੈਮੋਕ੍ਰੇਸੀ ਦੇ ਵਿੱਚ ਥੋੜ੍ਹਾ ਬਹੁਤਾ ਵੀ ਉਹਨਾਂ ਦਾ ਵਿਸ਼ਵਾਸ ਹੈ ਤੇ ਇਹਦੀ ਇੱਜ਼ਤ ਸਰਕਾਰ ਨੂੰ ਕਰਨੀ ਚਾਹੀਦੀ ਹੈ, ਔਰ ਇਹ ਤੋਂ ਸਿੱਖਣਾ ਚਾਹੀਦਾ ਕਿ ਇੰਨਾ ਲੰਬਾ ਐਜੀਟੇਸ਼ਨ, ਐਡੀ ਵੱਡੀ ਸ਼ਮੂਲੀਅਤ ਤੇ ਇੰਨੀ ਸ਼ਾਂਤੀ ਜੇ ਹਾਲੇ ਵੀ ਸਰਕਾਰ ਨਹੀਂ ਬਣਦੀ, ਫਿਰ ਸਰਕਾਰ ਬੇਈਮਾਨ ਹੈ, ਡਿਕਟੇਟਰਸ਼ਿਪ ਹੈ। ਇਹਨੂੰ ਸਰਕਾਰ ਨਹੀਂ ਅਸੀਂ ਕਹਾਂਗੇ, ਫਿਰ ਤਾਂ ਪੂਰੀ 100% ਡਿਕਟੇਟਰਸ਼ਿਪ ਵਾਲੀ ਗੱਲ। ਪਰ ਜੋ ਲੱਗਦਾ ਹਾਲੇ ਤੱਕ ਬੇਈਮਾਨੀ ਨਜ਼ਰ ਆਉਂਦੀ ਹੈ ਕਿ ਇੰਨਾ ਲੰਬਾ ਸਮਾਂ ਹੋ ਗਿਆ, ਕਿੰਨੀਆਂ ਜਿਹੜੀਆਂ ਸ਼ਹੀਦੀਆਂ ਹੋ ਗਈਆਂ, ਬਜ਼ੁਰਗ ਦੇਖੋ 90-90 ਸਾਲ ਦੇ ਬੈਠੇ ਨੇ, ਬੱਚੇ ਬੈਠੇ ਨੇ, ਤੇ ਸਰਕਾਰ ਨੂੰ ਕੋਈ ਚਿੰਤਾ ਨਹੀਂ। ਤਰੀਕਾਂ ਐ ਪਾਈਆਂ ਜਾਂਦੀਆਂ ਜਿਵੇਂ ਰੂਟੀਨ 'ਚ ਅਦਾਲਤ ਦੀ ਤਰੀਕ ਪੈਂਦੀ ਹੈ ਵੀ ਅੱਜ ਹੋ ਜਾਊਗਾ, ਨਹੀਂ ਤਾਂ ਹਫ਼ਤੇ ਬਾਅਦ ਸਹੀ। ਵੈਸੇ ਤਾਂ ਜੇ ਉਦੋਂ ਮੀਟਿੰਗ ਖਤਮ ਹੋਈ ਸੀ ਅਗਲੇ ਦਿਨ ਸਵੇਰੇ ਹੀ ਹੋ ਜਾਣੀ ਚਾਹੀਦੀ ਸੀ, ਦੂਜੀ ਗੱਲ ਵੀ। ਪਰ ਇਹ ਜਾਣ ਬੁੱਝ ਕੇ ਸਬਰ ਜਿਹੜਾ ਉਸ ਕਿਸਾਨੀ ਦਾ ਪਰਖ ਰਿਹਾ, ਸਬਰ ਹਾਈ ਬਹੁਤ ਹੈ, ਹੋਰ ਪਰਖ ਲੈਣ ਇਹਨਾਂ ਨੂੰ, ਜਿਹੜੇ ਭੁਲੇਖਾ ਹੈਗਾ ਤੇ ਫਿਰ ਹੋਰ ਅੱਗੋਂ ਪਰਖ ਲੈਣ। ਨਾ ਇਹ ਲੰਗਰ ਬੰਦ ਹੋਣੇ ਆ, ਨਾ ਉੱਥੋਂ ਲੋਕ ਜਾਣੇ ਆ, ਇਹ ਵਧਣਗੇ ਹੀ, ਘਟਦੇ ਨਹੀਂ। ਜੇ ਭੁਲੇਖਾ ਹੈਗਾ ਤਾਂ ਬੇਸ਼ੱਕ ਕਰ ਲੈਣ।
ਸੋ ਬਿਲਕੁਲ ਇਹ ਹਨ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ, ਤੇ ਇਹਨਾਂ ਨੇ ਆਪਣੇ ਜਿਹੜੇ ਹੈਗੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਪੇਸ਼ ਕੀਤੇ ਤੇ ਦੱਸਿਆ ਕਿ ਅਗਲੀਆਂ ਜਿਹੜੀਆਂ ਲੋਕ ਸਭਾ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਨਾਲ ਜਿਹੜੇ ਹੈਗੇ ਆ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਜੁੜ ਰਹੇ ਨੇ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਚੋਣਾਂ ਇਸ ਵਾਰੀ ਜਿਹੜੀਆਂ ਹੈਗੀਆਂ ਲੱਗਦਾ ਕਿ ਸਿਆਸੀ ਜਿਹੜੀ ਹੈਗੀ ਆ ਸੱਤਾਧਿਰ ਪਾਰਟੀ ਆ ਕਾਂਗਰਸ ਪਾਰਟੀ ਆ ਧੱਕੇਸ਼ਾਹੀ ਕਰ ਸਕਦੀ ਹੈ, ਉਸ ਨੂੰ ਲੈ ਕੇ ਵੀ ਇਹਨਾਂ ਨੇ ਖਦਸ਼ਾ ਜਤਾਇਆ ਤੇ ਸ਼ਿਕਾਇਤ ਵੀ ਜਿਹੜੀ ਹੈਗੀ ਆ ਇੱਕ ਦਰਜ ਕਰਵਾਈ ਹੈ ਚੋਣ ਕਮਿਸ਼ਨ ਦੇ ਕੋਲ। ਤੇ ਇਹਨਾਂ ਨੇ ਕਿਹਾ ਕਿ ਅਗਰ ਉਸ ਦੇ ਉੱਤੇ ਕਾਰਵਾਈ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਲੋਂ ਚੋਣਾਂ ਦੇ ਪਹਿਲਾਂ ਅਗਰ ਉਹਨਾਂ ਨੂੰ ਇਹ ਜੋ ਭਰੋਸਾ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਵੀ ਕੀਤਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਲੋਕ ਕਿਸ ਦੇ ਸਿਰ ਤਾਜ ਸਜਾਉਂਦੇ ਨੇ, ਕਿਸ ਦੀ ਸਰਕਾਰ ਬਣਦੀ ਆ, ਇਹਨੂੰ ਜਿਹੜੀ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਲਿਵਿੰਗ ਇੰਡੀਆ ਨਿਊਜ਼।